कि जो ਬਾਈਡਨ ਨੇ ਬਿਲਕੁਲ ਠੀਕ ਫੈਸਲਾ ਲਿਆ, ਟਰੰਪ ਨੇ ਵੀ ਠੀਕ ਫੈਸਲਾ ਲਿਆ ਸੀ ਜਦੋਂ ਉਹਨੇ ਕਿਹਾ ਕਿ ਜੀ ਅਸੀਂ ਹੁਣ ਇਹ ਅਮਰੀਕਾ ਨੂੰ ਜਿਹੜੀ ਅਨਐਂਡਿੰਗ ਇਸ ਵਾਰ ਦੇ ਵਿੱਚ ਨਹੀਂ ਧਕੇਲਣਾ, ਅਸੀਂ ਸਾਡੀਆਂ 2 ਜਨਰੇਸ਼ਨਾਂ ਚਲੀਆਂ ਗਈਆਂ ਇਸ ਪਾਸੇ ਲੜਦੀਆਂ, ਅਸੀਂ ਅਗਲੇ ਬੱਚਿਆਂ ਨੂੰ ਇਸ ਪਾਸੇ ਨਹੀਂ ਲਾਣਾ। 22 ਰਿਪਬਲਿਕਨ ਸੈਨੇਟਰਸ ਨੇ ਇੱਕ ਬਿੱਲ ਸੈਨੇਟ ਦੇ ਵਿੱਚ ਲਿਆਂਦਾ ਹੈ ਜਿਹਦੇ 'ਚ ਉਹਨਾਂ ਨੇ ਕਿਹਾ ਵੀ ਇਹ ਜਿਹੜੀ ਸ਼ਿਕਸਤ ਹੋਈ, ਜਿਹੜਾ 20 ਸਾਲ ਦੇ ਵਿੱਚ ਤਾਲਿਬਾਨ ਦੀ ਹਕੂਮਤ ਦਾ ਤਾਲਿਬਾਨ ਦਾ ਵਰਤਾਰਾ ਔਰ ਜਿਹੜੇ ਮੁਲਕਾਂ ਨੇ ਤਾਲਿਬਾਨ ਦੀ ਮਦਦ ਕੀਤੀ ਉਹਦੀ ਜਿਹੜੀ ਹੈ ਉਹ ਇੰਡੀਪੈਂਡੈਂਟ ਪ੍ਰੋਬ ਹੋਏ। US ਜਨਰਲ ਮਾਰਕ ਮਿਲੀ ਆਪਣੀ ਟੈਸਟੀਮਨੀ 'ਚ ਕਹਿ ਰਿਹਾ ਹੈ ਤਾਲਿਬਾਨ ਫੇਲਡ ਟੂ ਆਨਰ ਦੋਹਾ ਅਕੋਰਡ, ਨੈਵਰ ਰਿਨਾਊਂਸਡ ਅਲ-ਕਾਇਦਾ। ਉਹਨੇ ਕਾਂਗਰੈਸ਼ਨਲ ਰਿਸਰਚ ਸਰਵਿਸ ਰਿਪੋਰਟ ਆਈ ਹੈ, ਉਹਨਾਂ ਨੇ 5 ਗਰੁੱਪਿੰਗ ਦੇ ਵਿੱਚ ਇਹਨਾਂ ਨੂੰ ਕਿਹਾ ਕਿ ਵੀ ਕਿਸ ਕਿਸਮ ਦੇ ਟੈਰਰਿਸਟ ਨੇ, ਗਲੋਬਲੀ ਓਰੀਐਂਟਡ, ਅਫਗਾਨਿਸਤਾਨ ਓਰੀਐਂਟਡ, ਇੰਡੀਆ ਐਂਡ ਕਸ਼ਮੀਰ ਓਰੀਐਂਟਡ ਐਂਡ ਡੋਮੈਸਟਿਕਲੀ ਓਰੀਐਂਟਡ। ਕਿਹਾ ਕਿ ਜੀ ਇਸ ਵੇਲੇ 12 ਜਿਹੜੀਆਂ ਫੋਰਨ ਟੈਰਰਿਸਟ ਆਰਗੇਨਾਈਜੇਸ਼ਨਸ ਨੇ ਉਹ ਪਾਕਿਸਤਾਨ ਦੇ ਵਿੱਚ ਆਪਰੇਟ ਕਰ ਰਹੀਆਂ ਨੇ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਅਮਰੀਕਾ ਦੇ ਹਵਾਲੇ ਨਾਲ ਕਿ ਅਮਰੀਕਨ ਸੈਨੇਟ ਵਿੱਚ 22 ਰਿਪਬਲਿਕਨ ਸੈਨੇਟਰਾਂ ਨੇ ਇੱਕ ਬਿੱਲ ਦਾਖਲ ਕੀਤਾ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਤਾਲਿਬਾਨ ਅਤੇ ਉਹਨਾਂ ਦੀ ਹਮਾਇਤ ਕਰਨ ਵਾਲੇ ਮੁਲਕਾਂ ਤੇ ਪਾਬੰਦੀਆਂ ਲਗਾਈਆਂ ਜਾਣ। ਜ਼ਾਹਿਰ ਹੈ ਕਿ ਇਸ ਬਿੱਲ ਵਿੱਚ ਪਾਕਿਸਤਾਨ ਨੂੰ ਨਿਸ਼ਾਨੇ ਤੇ ਲਿਆ ਗਿਆ ਹੈ ਕਿ ਅਮਰੀਕਾ ਆਪਣੀ ਅਫਗਾਨਿਸਤਾਨ ਵਿੱਚ ਹੋਈ ਹਾਰ ਲਈ ਪਾਕਿਸਤਾਨ ਨੂੰ ਬਲੀ ਦਾ ਬੱਕਰਾ ਤਾਂ ਨਹੀਂ ਬਣਾ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਇਹ ਉਮੀਦ ਕਰਦੇ ਸੀ ਕਿ ਅਮਰੀਕਾ 20 ਸਾਲ ਅਫਗਾਨਿਸਤਾਨ 'ਚ ਗੁਜ਼ਾਰਨ ਤੋਂ ਬਾਅਦ ਸਮਝੌਤੇ ਤਹਿਤ ਉੱਥੋਂ ਨਿਕਲਿਆ ਤਾਲਿਬਾਨ ਨਾਲ ਕਰਕੇ ਜੀ, ਔਰ ਉਹ ਹਕੀਕਤ ਨੂੰ ਫੇਸ ਕਰਨਗੇ ਔਰ ਆਉਣ ਵਾਲੇ ਪੀਰੀਅਡ 'ਚ ਉਹਨਾਂ ਦੀਆਂ ਪਾਲਿਸੀਜ਼, ਉਹਨਾਂ ਦੀਆਂ ਨੀਤੀਆਂ ਉਸ ਕਿਸਮ ਦੀਆਂ ਹੋਣਗੀਆਂ ਜਿਹੜੀਆਂ ਟਕਰਾਅ ਤੋਂ ਬਚਣ ਦੀਆਂ ਵੀ ਹੋਣ। ਬੇਸ਼ੱਕ ਉਹਨਾਂ ਦੇ ਸਟ੍ਰੈਟੇਜਿਕ ਜਾਂ ਬਿਜ਼ਨਸ ਇਕਨੋਮਿਕਲ ਇੰਟਰਸਟ ਚਾਈਨਾ ਨੂੰ ਘੇਰਣ ਦੇ ਨੇ, ਉਹ ਜੀ ਸਦਕੇ ਕਰਨ, ਪਰ ਇਨਸਾਨੀ ਜ਼ਿੰਦਗੀਆਂ ਦੇ ਨਾਲ ਖਿਲਵਾੜ ਵਾਲੀ ਕੋਈ ਐਸੀ ਨਵੀਂ ਲਾਈਨ ਨਾ ਸ਼ੁਰੂ ਹੋ ਜਾਏ ਜਿਹਦਾ ਫਿਰ ਇਹ ਹੈ ਕਿ ਜੀ ਇਹ ਇੱਕ ਦੌਰ ਕੋਈ ਕਹੇ ਕਿ ਜੀ ਇਹ ਅਫਗਾਨਿਸਤਾਨ ਕਿਲਿੰਗਸ ਪਾਰਟ 1 20 ਸਾਲ ਉਹਦੇ 'ਚ ਗੁਜ਼ਰ ਜਾਣ ਤੇ ਫਿਰ ਆਉਣ ਵਾਲੀ ਨੀਤੀ ਜਿਹੜੀ ਤੁਹਾਡੀ ਉਹਦੇ 'ਚ ਤੁਸੀਂ ਅਫਗਾਨਿਸਤਾਨ ਦੇ ਨਾਲ ਗਵਾਂਢੀ ਮੁਲਕਾਂ ਨੂੰ ਵੀ ਉਸ ਦੀ ਲਪੇਟ 'ਚ ਲੈ ਲਓ। ਹੁਣ ਅੰਦਰ ਖਾਤੇ ਕੀ ਕੁੱਕ ਹੋ ਰਿਹਾ, ਜ਼ਾਹਰ ਹੈ ਕਿ ਬਾਈਡਨ ਨੇ ਇੱਕ ਸਟਰੋਂਗ ਫੈਸਲਾ ਲਿਆ, ਟਰੰਪ ਨੇ ਵੀ ਸਟਰੋਂਗ ਫੈਸਲਾ ਲਿਆ। ਜਦੋਂ ਟਰੰਪ ਨੇ ਵੀ ਤਾਲਿਬਾਨ ਦੇ ਨਾਲ ਡੀਲ ਬਣਾਈ, ਪੈਂਟਾਗਨ ਜਾਂ ਜਿਸ ਨੂੰ ਅੱਗੋਂ ਡੀਪ ਸਟੇਟ ਕਿਹਾ ਜਾਂਦਾ ਹੈ, ਉਹ ਖੁਸ਼ ਨਹੀਂ ਸੀ, ਉਹ ਹੋਇਆ। ਪਰ ਜਦੋਂ ਅਫਗਾਨਿਸਤਾਨ 'ਚੋਂ ਜਿਹੜਾ ਉਹ ਐਂਡ ਤੱਕ 31 ਅਗਸਤ ਤੱਕ ਫੌਜ ਕੱਢਣ ਦਾ ਮਾਮਲਾ ਸੀ ਔਰ ਘਟਨਾਕ੍ਰਮ ਉਹਨਾਂ ਨੇ 15 ਅਗਸਤ ਨੂੰ ਤਾਲਿਬਾਨ ਕਾਬਲ 'ਚ ਆਏ, ਅਸ਼ਰਫ ਗਨੀ ਦੌੜ ਗਿਆ ਜਿਸ ਦੇ ਉੱਤੇ ਅਮਰੀਕਾ ਨੇ ਸਾਰੀ ਬੈਟ ਲਾਈ ਹੋਈ ਸੀ। ਉਦੋਂ ਬਾਈਡਨ ਤੇ ਇਹ ਪ੍ਰੈਸ਼ਰ ਬਿਲਡ ਕੀਤਾ ਗਿਆ ਡੀਪ ਸਟੇਟ ਵੱਲੋਂ ਵੀ ਔਰ ਬਾਹਰ ਵਾਲੇ ਜਿਹੜੇ ਕੁਛ ਉਹਨਾਂ ਦੀ ਈਵਨ ਆਪਣੀ ਪਾਰਟੀ ਦੇ ਲੋਕ ਵੀ ਸੀ, ਰਿਪਬਲਿਕਨਸ ਵੱਲੋਂ ਤਾਂ ਹੈ ਹੀ ਸੀ ਕਿ ਜੀ ਬਿਲਕੁਲ ਉੱਥੋਂ ਫੌਜ ਰਹਿਣ ਦਿੱਤੀ ਜਾਏ ਜਾਂ ਦੂਜੇ। ਪਰ ਬਾਈਡਨ ਨੇ ਜਿਹੜਾ ਕੋਈ ਜਿਹੜਾ ਨਾਈਵ ਨਹੀਂ ਹੈ, ਜਦੋਂ ਅਸੀਂ ਜੋ ਬਾਈਡਨ ਦੀ ਗੱਲ ਕਰਦੇ ਹਾਂ, ਲਗਭਗ 35-40 ਸਾਲ ਉਹ ਸੈਨੇਟਰ ਰਿਹਾ ਔਰ ਸੈਨੇਟ ਦੇ ਵਿੱਚ ਫੋਰਨ ਰਿਲੇਸ਼ਨਸ ਕਮੇਟੀ ਦਾ ਚੇਅਰਪਰਸਨ ਰਿਹਾ। ਜੇ ਅਮਰੀਕਾ ਦੀ ਸਾਰੀ ਐਡਮਿਨਿਸਟ੍ਰੇਸ਼ਨ 'ਚੋਂ ਔਰ ਈਵਨ ਸਿਵਿਲੀਅਨ 'ਚੋਂ ਵੀ ਕੋਈ ਦੁਨੀਆ ਦੀ ਪੋਲੀਟਿਕਸ ਨੂੰ ਚੰਗੀ ਤਰ੍ਹਾਂ ਸਮਝਦਾ ਹੈ ਤੇ ਉਹ ਜੋ ਬਾਈਡਨ ਹੈ। ਬਾਕੀ ਘਰੇਲੂ ਨੀਤੀਆਂ 'ਚ ਉਹਦੀ ਕੋਈ ਕਮਜ਼ੋਰੀ ਹੋਏ ਜਾਂ ਕੱਲ੍ਹ ਨੂੰ ਆ ਜਾਏ ਵੱਖਰੀ ਗੱਲ ਹੈ। ਸੋ ਅਸੀਂ ਹਮੇਸ਼ਾ ਇਹ ਸਮਝਦੇ ਹਾਂ ਕਿ ਜੋ ਬਾਈਡਨ ਨੇ ਬਿਲਕੁਲ ਠੀਕ ਫੈਸਲਾ ਲਿਆ, ਟਰੰਪ ਨੇ ਵੀ ਠੀਕ ਫੈਸਲਾ ਲਿਆ ਸੀ ਜਦੋਂ ਉਹਨੇ ਕਿਹਾ ਕਿ ਜੀ ਅਸੀਂ ਹੁਣ ਇਹ ਅਮਰੀਕਾ ਨੂੰ ਜਿਹੜੀ ਅਨਐਂਡਿੰਗ ਇਸ ਵਾਰ ਦੇ ਵਿੱਚ ਨਹੀਂ ਧਕੇਲਣਾ, ਅਸੀਂ ਸਾਡੀਆਂ 2 ਜਨਰੇਸ਼ਨਾਂ ਚਲੀਆਂ ਗਈਆਂ ਇਸ ਪਾਸੇ ਲੜਦੀਆਂ, ਅਸੀਂ ਅਗਲੇ ਬੱਚਿਆਂ ਨੂੰ ਇਸ ਪਾਸੇ ਨਹੀਂ ਲਾਣਾ। ਲੇਕਿਨ ਇਸ ਤਰ੍ਹਾਂ ਲੱਗਦਾ ਹੈ ਕਿ ਵੀ ਉਹ ਜਿਹੜੀ ਫਰਸਟ੍ਰੇਸ਼ਨ ਹੈ ਉਹ ਫੌਜੀ ਜਰਨੈਲਾਂ ਦੀ ਹੋਏ, ਕਿਉਂਕਿ ਡਿਫੀਟ ਤਾਂ ਹੈ ਭਾਵੇਂ ਇਹ ਉਸ ਕਿਸਮ ਨੂੰ ਕਿਵੇਂ ਵੀ ਕਿਹਾ ਜਾਏ। ਉਹ ਹੁਣ ਇੱਕ ਲਾਈਨ ਤਾਂ ਇਹ ਹੈ ਕਿ ਵੀ ਇਹਨੂੰ ਬਾਈਡਨ ਦੇ ਸਿਰ ਤੇ ਭੰਨੋ। ਜਿਵੇਂ ਹੁਣ ਫੋਰਨ ਰਿਲੇਸ਼ਨ ਕਮੇਟੀ ਦੇ ਸਾਹਮਣੇ ਇੱਕ ਤੋਂ ਬਾਅਦ ਇੱਕ ਜਰਨੈਲ ਜਿਹੜਾ ਹੈ ਉਹ ਜਦੋਂ ਟੈਸਟੀਫਾਈ ਕਰ ਰਿਹਾ ਤੇ ਉਹ ਕਹਿ ਰਹੇ ਨੇ ਜੀ ਅਸੀਂ ਤਾਂ ਬਾਈਡਨ ਨੂੰ ਕਿਹਾ ਸੀ ਕਿ ਵੀ ਅਜੇ ਉੱਥੇ 2500 ਫੌਜੀ ਰੱਖੋ, ਉਹਨਾਂ ਨੇ ਸਾਡੀ ਸਲਾਹ ਨਹੀਂ ਮੰਨੀ। ਹੁਣ ਇਹ ਵੀ ਹੈ। ਔਰ ਇੱਕ ਜਿਹੜਾ ਇਸ ਤੋਂ ਵੀ ਖਤਰਨਾਕ ਅਸੀਂ ਦੇਖ ਰਹੇ ਹਾਂ ਕਿ 22
ਰਿਪਬਲਿਕਨ ਸੈਨੇਟਰਸ ਨੇ ਇੱਕ ਬਿੱਲ ਸੈਨੇਟ ਦੇ ਵਿੱਚ ਲਿਆਂਦਾ ਹੈ ਜਿਹਦੇ 'ਚ ਉਹਨਾਂ ਨੇ ਕਿਹਾ ਵੀ ਇਹ ਜਿਹੜੀ ਸ਼ਿਕਸਤ ਹੋਈ, ਜਿਹੜਾ 20 ਸਾਲ ਦੇ ਵਿੱਚ ਤਾਲਿਬਾਨ ਦੀ ਹਕੂਮਤ ਦਾ ਤਾਲਿਬਾਨ ਦਾ ਵਰਤਾਰਾ ਔਰ ਜਿਹੜੇ ਮੁਲਕਾਂ ਨੇ ਤਾਲਿਬਾਨ ਦੀ ਮਦਦ ਕੀਤੀ ਉਹਦੀ ਜਿਹੜੀ ਹੈ ਉਹ ਇੰਡੀਪੈਂਡੈਂਟ ਪ੍ਰੋਬ ਹੋਏ। ਹੁਣ ਇੱਕ ਪਾਸਾ ਇਹ ਹੈ, ਦੂਸਰੇ ਪਾਸੇ ਅਸੀਂ ਦੇਖ ਰਹੇ ਹਾਂ ਕਿ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੇ ਵਿੱਚ ਜਿਹੜਾ ਹੈ ਇਹ ਉਹਨਾਂ ਵੱਲੋਂ ਕਿਹਾ ਗਿਆ ਜੀ ਕਿ ਅਸੀਂ ਤਾਲਿਬਾਨ ਔਰ ਅਲ-ਕਾਇਦਾ ਵੱਲੋਂ ਕੀਤੀਆਂ ਗਈਆਂ ਜ਼ਿਆਦਤੀਆਂ, ਹਿਊਮਨ ਰਾਈਟਸ, ਹੀਨਸ ਕ੍ਰਾਈਮਸ, ਉਹਦੀ ਇਨਵੈਸਟੀਗੇਸ਼ਨ ਕਰਾਂਗੇ, ਪਰ ਉਹਦੇ ਵਿੱਚ ਫੌਜ ਅਮਰੀਕਨ ਜਾਂ ਨੈਟੋ ਉਹ ਸ਼ਾਮਲ ਨਹੀਂ ਨੇ। ਸੋ ਇਸ ਤਰ੍ਹਾਂ ਲੱਗਦਾ ਹੈ ਕਿ ਵੀ ਇਹ ਇੱਕ ਨਵੀਂ ਹਕੀਕਤ ਅਨਫੋਲਡ ਹੋਣ ਜਾ ਰਹੀ ਹੈ ਜਿਹਦੇ 'ਚ ਇਹ ਲੱਗਦਾ ਨਹੀਂ ਹੈ ਵੀ ਇਹਨਾਂ ਨੇ ਕੋਈ ਸਬਕ ਸਿੱਖਿਆ ਇਸ ਸਾਰੇ ਤੋਂ। ਔਰ ਪਹਿਲਾਂ ਜਿਹੜਾ ਇੱਕ ਪਾਰਟ ਮੈਂ ਇਹ ਦੱਸਣਾ ਚਾਹੁੰਦਾ ਕਿ ਜਦੋਂ ਕੁਝ ਇਹਨਾਂ ਨੇ ਕਰਨਾ ਹੁੰਦਾ ਹੈ ਉਦੋਂ ਇੱਕ ਮਾਹੌਲ ਸਿਰਜਿਆ ਜਾਂਦਾ ਹੈ, ਉਸ ਕਿਸਮ ਦੀਆਂ ਰਿਪੋਰਟਾਂ ਆ ਜਾਂਦੀਆਂ ਨੇ, ਉਸ ਕਿਸਮ ਦੀਆਂ ਮੀਡੀਆ 'ਚ ਸਟੋਰੀਜ਼ ਆ ਜਾਂਦੀਆਂ, ਉਸ ਕਿਸਮ ਦੇ ਲਿਆ ਕੇ ਐਕਸਪਰਟ ਬਿਠਾ ਦਿੱਤੇ ਜਾਂਦੇ ਨੇ। ਹੁਣ ਇੱਕ ਪਾਸੇ US ਜਨਰਲ ਮਾਰਕ ਮਿਲੀ ਆਪਣੀ ਟੈਸਟੀਮਨੀ 'ਚ ਕਹਿ ਰਿਹਾ ਹੈ ਤਾਲਿਬਾਨ ਫੇਲਡ ਟੂ ਆਨਰ ਦੋਹਾ ਅਕੋਰਡ, ਨੈਵਰ ਰਿਨਾਊਂਸਡ ਅਲ-ਕਾਇਦਾ। ਉਹਨਾਂ ਨੇ ਕਿਹਾ ਜੀ ਅੱਜ ਵੀ ਅਲ-ਕਾਇਦਾ ਉਹਨਾਂ ਨੇ ਕੀਤਾ ਹੀ ਨਹੀਂ ਹੈ। ਹੁਣ ਮਤਲਬ ਇਹ ਵੀ ਇੱਕ ਗਰਾਊਂਡ ਤਿਆਰ ਕੀਤੀ ਜਾ ਰਹੀ ਹੈ। ਹਾਲਾਂਕਿ ਅੱਜ ਤਾਲਿਬਾਨ ਨੇ ਜਿਹੜੀ ਹੈ ਸਟ੍ਰਿਕਟ ਸਟੇਟਮੈਂਟ ਦਿੱਤੀ ਹੈ, ਸਟਾਪ ਯੂਜ਼ਿੰਗ ਡਰੋਨਸ, ਤਾਲਿਬਾਨ ਵਾਰਨ US। ਉਹਨਾਂ ਨੇ ਕਿਹਾ ਕਿ ਵੀ ਹੁਣ ਅਸੀਂ ਸੋਵਰਨ ਮੁਲਕ ਹੈ, ਜਿਹੜੇ ਸਪੇਸ ਦੇ ਲਾਅ ਨੇ ਉਹਨਾਂ ਨੂੰ ਮੰਨੋ ਔਰ ਇਹ ਜਿਹੜਾ ਬੰਦ ਕਰੋ ਜਿਹੜਾ ਤੁਸੀਂ ਡਰੋਨ ਦਾ ਇਸਤੇਮਾਲ ਕਰਦੇ ਹੋ ਸਕਦਾ ਹੈ ਇਹਨਾਂ ਦਿਨਾਂ ਦੇ ਵਿੱਚ ਇਹਨਾਂ ਨੇ ਅਫਗਾਨਿਸਤਾਨ ਦੇ ਵਿੱਚ ਕੋਈ ਡਰੋਨ ਅਟੈਕ ਕੀਤਾ ਹੋਏ। ਔਰ ਜਦੋਂ ਅਸੀਂ ਕਹਿੰਦੇ ਹਾਂ ਕਿ ਵੀ ਮਾਹੌਲ ਸਿਰਜਿਆ ਜਾ ਰਿਹਾ ਹੈ, ਆਲਰੇਡੀ ਕਾਂਗਰੈਸ਼ਨਲ ਰਿਸਰਚ ਸਰਵਿਸ ਰਿਪੋਰਟ ਦੇ ਨਾਂ ਥੱਲੇ ਇੱਕ ਦਿਨ ਪਹਿਲਾਂ ਇੱਕ ਰਿਪੋਰਟ, ਪਾਕਿਸਤਾਨ ਹੋਮ ਟੂ 12 ਫੋਰਨ ਟੈਰਰਿਸਟ ਆਰਗੇਨਾਈਜੇਸ਼ਨਸ ਰਿਪੋਰਟ, ਹੁਣ ਇਹ ਕਾਂਗਰੈਸ਼ਨਲ ਰਿਸਰਚ ਸਰਵਿਸ ਰਿਪੋਰਟ ਆਈ ਹੈ। ਉਹਨਾਂ ਨੇ 5 ਗਰੁੱਪਿੰਗ ਦੇ ਵਿੱਚ ਇਹਨਾਂ ਨੂੰ ਕਿਹਾ ਕਿ ਵੀ ਕਿਸ ਕਿਸਮ ਦੇ ਟੈਰਰਿਸਟ ਨੇ, ਗਲੋਬਲੀ ਓਰੀਐਂਟਡ, ਅਫਗਾਨਿਸਤਾਨ ਓਰੀਐਂਟਡ, ਇੰਡੀਆ ਐਂਡ ਕਸ਼ਮੀਰ ਓਰੀਐਂਟਡ ਐਂਡ ਡੋਮੈਸਟਿਕਲੀ ਓਰੀਐਂਟਡ ਔਰ ਪਾਕਿਸਤਾਨ ਐਂਡ ਸੈਕਟੇਰੀਅਨ ਐਂਟੀ ਸ਼ੀਆ। ਸੋ ਉਹਨਾਂ ਨੇ ਇਹ ਕਿਹਾ ਕਿ ਜੀ ਇਸ ਵੇਲੇ 12 ਜਿਹੜੀਆਂ ਫੋਰਨ ਟੈਰਰਿਸਟ ਆਰਗੇਨਾਈਜੇਸ਼ਨਸ ਨੇ ਉਹ ਪਾਕਿਸਤਾਨ ਦੇ ਵਿੱਚ ਆਪਰੇਟ ਕਰ ਰਹੀਆਂ ਨੇ। ਸੋ ਜ਼ਾਹਰ ਹੈ ਵੀ ਇਸ ਨੂੰ ਕਾਂਗਰੈਸ਼ਨਲ ਰਿਸਰਚ ਸਰਵਿਸ ਦੇ ਨਾਂ ਥੱਲੇ ਦੇਣਾ ਇਹ ਆਪਣੇ ਆਪ 'ਚ ਦੱਸਦਾ ਹੈ ਵੀ ਗਰਾਊਂਡ ਤਿਆਰ ਕੀਤੀ ਜਾ ਰਹੀ ਹੈ। ਫਿਰ ਜਿਹੜੇ ਉਹਨਾਂ ਦੇ ਜਨਰਲ ਮਿਲੀ ਨੇ ਉਹ ਆਪਣੀ ਟੈਸਟੀਮਨੀ 'ਚ ਕਹਿ ਰਹੇ ਨੇ ਅਲ-ਕਾਇਦਾ ਕੁਡ ਥ੍ਰੈਟਨ ਯੂਨਾਈਟਿਡ ਸਟੇਟਸ ਇਨ ਏ ਈਅਰ, ਕਿ 1 ਸਾਲ ਦੇ ਵਿੱਚ ਅਲ-ਕਾਇਦਾ, ਜ਼ਾਹਰ ਹੈ ਅਲ-ਕਾਇਦਾ ਨੂੰ ਇੱਕ ਪਾਸਿਓਂ ਕਹਿ ਰਹੇ ਨੇ ਜੀ ਉਹਨਾਂ ਦਾ ਤਾਲਿਬਾਨ ਨਾਲ ਹੀ ਸੰਬੰਧ ਹੈ, ਉਹਨੇ ਕਿਹਾ ਕਿ ਵੀ ਇਹ ਸਾਨੂੰ 12 ਮਹੀਨੇ ਤੋਂ ਵੀ ਘੱਟ ਸਮੇਂ ਦੇ ਵਿੱਚ ਉਹ ਸਾਡੇ ਤੇ ਜਿਹੜਾ ਉਹ ਨਿਸ਼ਾਨਾ ਸੇਧ ਸਕਦੇ ਨੇ। ਹੁਣ ਇਹ ਵੀ ਇੱਕ ਖੌਫ ਦਾ ਮਾਹੌਲ ਕ੍ਰੀਏਟ ਕੀਤਾ ਹੈ। ਔਰ ਇਸ ਸਾਰੇ ਦੇ ਚੱਲਦੇ ਆ ਜਦੋਂ ਕਿ ਇਹ ਟੈਸਟੀਮਨੀ ਹੋ ਗਈ, ਚੱਲ ਰਹੀ ਹੈ, ਕਾਂਗਰੈਸ਼ਨਲ ਰਿਪੋਰਟ 12 ਆਰਗੇਨਾਈਜੇਸ਼ਨ ਦਾ ਬੇਸ ਹੈ। ਹੁਣ ਜਿਹੜੀ ਖਬਰ ਅੱਜ ਮੇਜਰ ਸਾਰੇ ਪਾਸੇ ਡਿਸਕਸ ਹੋ ਰਹੀ ਹੈ, 22 ਰਿਪਬਲਿਕਨ ਸੈਨੇਟਰ ਇੰਟਰੋਡਿਊਸ ਲੈਜਿਸਲੇਸ਼ਨ ਟੂ ਇੰਪੋਜ਼ ਸੈਂਕਸ਼ਨਸ ਔਨ ਤਾਲਿਬਾਨ, ਕੰਟਰੀਜ਼ ਸਪੋਰਟਿੰਗ ਇਟ। ਉਹਨਾਂ ਨੇ ਕਿਹਾ ਜੀ ਕਿ ਇਹਨੂੰ ਆਈਡੈਂਟੀਫਾਈ ਕਰੋ ਕਿ ਭਾਈ ਯੂਨਾਈਟਿਡ ਸਟੇਟਸ ਜਿਹੜਾ ਹੈ ਉਹ ਡਿਪਲੋਮੈਟਿਕਲੀ, ਇਕਨੋਮਿਕਲੀ ਔਰ ਡਿਫੈਂਸ ਦੇ ਵਿੱਚ ਕਿਵੇਂ ਅਫਗਾਨਿਸਤਾਨ 'ਚ ਫੇਲ ਹੋਇਆ, ਕਿਹੜੇ ਮੁਲਕ ਨੇ ਜਿਨ੍ਹਾਂ ਨੇ ਤਾਲਿਬਾਨ ਦੀ ਮਦਦ ਕੀਤੀ ਔਰ ਇਹ ਜਿਹੜਾ ਅਮਰੀਕਾ ਨੂੰ ਸ਼ਿਕਸਤ ਦਾ ਮੂੰਹ ਦੇਖਣਾ ਪਿਆ। ਔਰ ਇਹ 22 ਸੈਨੇਟਰ, ਹੁਣ ਕੁੱਲ ਅਸੀਂ ਦੇਖਦੇ ਹਾਂ 100 ਸੈਨੇਟਰ ਹੁੰਦੇ ਨੇ, ਹਾਲਾਂਕਿ ਰਿਪਬਲਿਕਨ ਨੇ ਸੈਨੇਟਰ ਸਾਰੇ, ਪਰ ਜਦੋਂ ਇੱਕ ਵਾਰੀ ਡਿਬੇਟ ਜਾਏਗੀ ਔਰ ਆਲਰੇਡੀ ਮਿਲਟਰੀ ਜਨਰਲਸ ਦਾ ਇਹ ਟੈਸਟੀਮਨੀ ਕਿ ਅਲ-ਕਾਇਦਾ 1 ਸਾਲ ਦੇ ਵਿੱਚ ਆ ਸਕਦੀ ਹੈ, ਜਾਂ ਕਾਂਗਰੈਸ਼ਨਲ ਰਿਪੋਰਟ ਬੇਸਡ ਕਿ ਜੀ ਪਾਕਿਸਤਾਨ 'ਚ 12 ਇੰਟਰਨੈਸ਼ਨਲ ਔਰ ਡੋਮੈਸਟਿਕ ਜਿਹੜੀਆਂ ਨੇ ਟੈਰਰਿਸਟ ਆਰਗੇਨਾਈਜੇਸ਼ਨਾਂ ਨੇ, ਉਹਦੇ 'ਚ ਜਿਹੜਾ ਇਹ ਸਾਰਾ ਇੱਕ ਆਧਾਰ ਬਣਾਇਆ ਜਾ ਸਕਦਾ ਹੈ। ਹੁਣ ਜਿਹੜਾ ਸਵਾਲ ਪੁੱਛਿਆ ਜਾ ਰਿਹਾ ਸਾਰੇ ਪਾਸੇ, ਔਰ ਜਿਉਂ ਹੀ ਇਹ ਰਿਪੋਰਟ ਜਾਂ ਇਹ ਰਿਪਬਲਿਕਨਸ ਦਾ ਸਾਹਮਣੇ ਆਇਆ, ਪਾਕਿਸਤਾਨ ਦੇ ਜਿਹੜੇ ਫੋਰਨ ਆਫਿਸ ਦੇ ਸਪੋਕਸਪਰਸਨ ਆਸਮ ਇਫਤਕਾਰ ਅਹਿਮਦ, ਉਹਨਾਂ ਨੇ ਇੱਕਦਮ ਪ੍ਰੈਸ ਕਾਨਫਰੰਸ ਕੀਤੀ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਅਨਵਾਰੰਟਡ ਰੈਫਰੈਂਸ ਟੂ ਪਾਕਿਸਤਾਨ ਇਨ ਏ ਬਿੱਲ that was recently introduced in United States Senate was inconsistent with the spirit of cooperation that had existed between the two countries on Afghanistan since 2001। ਉਹਨਾਂ ਨੇ ਕਿਹਾ ਜੀ ਅਸੀਂ 20 ਸਾਲ ਕੁਰਬਾਨੀਆਂ ਕੀਤੀਆਂ ਨੇ
ਸਾਥੀ ਰਹੇ ਹੈ 70,000 ਤੋਂ ਜ਼ਿਆਦਾ ਸਿਵਿਲੀਅਨ, ਬਿਲੀਅਨਸ ਆਫ ਡਾਲਰਸ ਦਾ ਨੁਕਸਾਨ, ਔਰ ਇਸ ਸਾਰੇ ਦੇ ਚਲਦਿਆਂ ਉਹਨਾਂ ਨੇ ਕਿਹਾ ਕਿ ਵੀ ਇਹ ਤੁਹਾਡਾ ਠੀਕ ਨਹੀਂ ਹੈ, ਇਹ ਕੰਪਲੀਟਲੀ ਅਨਵਾਰੰਟਡ ਹੈ। ਔਰ ਇਹ ਜੇ ਕਹਿਣਾ ਹੋਏ ਕਿ ਵੀ ਆਪਣੀ ਸ਼ਿਕਸਤ ਦੇ ਲਈ, ਆਪਣੀਆਂ ਫੇਲਿਅਰਸ ਦੇ ਲਈ ਪਾਕਿਸਤਾਨ ਨੂੰ ਬਲੀ ਦਾ ਬੱਕਰਾ, ਜਿਸ ਨੂੰ ਅਸੀਂ ਕਹਿੰਦੇ ਹਾਂ ਸਕੇਪਗੋਟ ਅੰਗਰੇਜ਼ੀ ਵਾਲੇ ਕਹਿੰਦੇ ਨੇ, ਇਹ ਬਣਾਉਣ ਦੀ ਤਿਆਰੀ ਹੈ। ਔਰ ਇਸ ਦੇ ਉੱਤੇ ਸਾਡੇ ਰੈਗੂਲਰ ਵਿਊਅਰ ਔਰ ਜਿਹੜੇ ਅਕਸਰ ਸਾਨੂੰ ਲਿਖਦੇ ਵੀ ਨੇ, ਯਵਾਰ ਸ਼ਾਹ ਉਹਨਾਂ ਦੀ ਲਿਖਤ ਵੀ ਹੈ ਕਿ ਜਿਹਦੇ 'ਚ ਉਹਨਾਂ ਨੇ ਕਿਹਾ ਕਿ US ਰਿਪਬਲਿਕਨ ਸੈਨੇਟਰਸ ਟਰਾਈਂਗ ਟੂ ਪਨਿਸ਼ ਪਾਕਿਸਤਾਨ ਫਾਰ US ਡਿਫੀਟ ਇਨ ਅਫਗਾਨਿਸਤਾਨ, ਕਿ ਭਾਈ ਉਹ ਤੁਸੀਂ ਹਾਰੇ ਕਿਤੇ ਹੋ ਔਰ ਤੁਸੀਂ ਹਾਰੇ ਹੋ ਤੇ ਬਲੇਮ ਤੁਸੀਂ ਕਿਤੇ ਹੋਰ ਦੇ ਰਹੇ ਹੋ। ਔਰ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਉਹਨਾਂ ਨੇ ਇੰਟਰੋਡਿਊਸ ਕੀਤਾ ਹੈ 22 ਸੈਨੇਟਰਸ ਨੇ, ਅਫਗਾਨਿਸਤਾਨ ਕਾਊਂਟਰ ਟੈਰਰਿਜ਼ਮ ਓਵਰਸਾਈਟ ਐਂਡ ਅਕਾਊਂਟੇਬਿਲਟੀ ਐਕਟ। ਹੁਣ ਉਹਦੇ 'ਚ ਦੇਖੋ ਜੀ ਕੌਣ ਹੈ ਔਰ ਉਹਦੇ ਲਈ ਜਵਾਬਦੇਹ ਬਣਾਇਆ ਜਾਏ। ਜਵਾਬਦੇਹ ਦਾ ਮਤਲਬ ਕੀ ਹੈ ਕਿ ਪਾਕਿਸਤਾਨ ਨੂੰ ਜਿਹੜਾ ਸੈਂਕਸ਼ਨਸ ਦੇ ਥੱਲੇ ਲਿਆਓ, ਕੋਈ ਹੋਰ ਜਿਹੜਾ ਕਾਰਵਾਈ ਕਰਵਾਓ। ਔਰ ਉਹਦੇ 'ਚ ਉਹਨਾਂ ਨੇ ਜਿਹੜਾ ਇਹ ਸਵਾਲ ਪੁੱਛੇ ਨੇ ਯਵਾਰ ਸ਼ਾਹ ਹੋਰਾਂ ਨੇ, ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜੀ ਤੁਸੀਂ ਇਹ ਕਹਿੰਦੇ ਸੀ ਕਿ ਵੀ ਵਾਈ ਡਿਡ US ਮਿਲਟਰੀ ਐਂਡ ਡਿਪਲੋਮੈਟਿਕ ਐਫਰਟ ਫੇਲ ਇਨ ਅਫਗਾਨਿਸਤਾਨ ਸਿਮਿਲਰ ਟੂ ਵਿਤਨਾਮ, ਕਿ ਵੀ ਜੋ ਵਿਤਨਾਮ 'ਚ ਹੋਇਆ ਉੱਥੇ ਕੌਣ ਸੀ, ਉੱਥੇ ਕਿਹੜਾ ਪਾਕਿਸਤਾਨ ਸੀ, ਉੱਥੇ ਤੁਸੀਂ ਕਿਉਂ ਫੇਲ ਹੋਏ। ਹਾਊ ਵਾਜ਼ ਓਵਰ $2 trillion ਸਪੈਂਟ wasted in Afghanistan, massive corruption and waste was reported by independent sources and US congressional audit reports। ਵੀ ਆਪਣੀਆਂ ਰਿਪੋਰਟਸ ਕੱਢ ਲਓ ਕਿ ਉਹ ਕਿੱਥੇ ਗਏ $2 trillion। ਫਿਰ ਤੁਹਾਡੀ CIA ਸਾਰੀ ਸੋਫਿਸਟੀਕੇਟ, ਜਿਨ੍ਹਾਂ ਦੇ ਕੋਲ ਸਾਧਨ ਨੇ, ਹਿਊਜ ਬਜਟ ਹੈ, ਉਹਨਾਂ ਨੂੰ ਕਿਉਂ 9/11 ਦੀ ਸਮਝ ਨਹੀਂ ਆਈ ਜਾਂ ਉਸ ਤੋਂ ਬਾਅਦ ਅਫਗਾਨਿਸਤਾਨ ਦੇ ਹਾਲਾਤ ਤੋਂ ਕਿਉਂ ਅਣਭਿੱਜ ਰਹੇ। ਫਿਰ ਤੁਸੀਂ ਕਿਵੇਂ ਜਿਹੜੀ ਹੈ ਬਿਲੀਅਨਸ ਆਫ ਡਾਲਰਸ ਜਿਹੜੇ ਨੇ ਅਫਗਾਨ ਵਾਰਲॉर्ड्स ਨੂੰ ਦਿੱਤੇ, ਡਰੱਗ ਬੈਰਨਸ ਨੂੰ ਦਿੱਤੇ, who are involved in horrendous atrocities and massacres, war crimes। ਫਿਰ why was $90 billion spent to equipment training of 350,000 Afghan national defense and security forces when they were not reliable। ਵੀ ਉਹ ਤਾਂ ਦੌੜ ਗਏ ਪਹਿਲਾਂ ਹੀ। ਤੁਸੀਂ ਇਹਨਾਂ ਗੱਲਾਂ ਦੀ ਜਵਾਬਦੇਹੀ ਕਰਾਓ ਕਿ ਭਾਈ ਅਸ਼ਰਫ ਗਨੀ ਔਰ ਉਹਦੀ ਕਰਪਟ ਗਵਰਨਮੈਂਟ ਜਿਹੜੀ ਦੌੜ ਗਿਆ ਟੈਨਸ ਆਫ ਮਿਲੀਅਨਸ ਆਫ ਕੈਸ਼ US ਡਾਲਰ ਲੈ ਕੇ, ਜੇ ਉਹਦਾ ਐਕਟ ਕ੍ਰਿਮੀਨਲ ਨਹੀਂ ਸੀ ਤਾਂ ਫਿਰ ਟ੍ਰੀਜਨ ਔਰ ਕ੍ਰਿਮੀਨੈਲਿਟੀ ਕਿਹਨੂੰ ਕਹਿੰਦੇ ਨੇ, ਅਕਾਊਂਟੇਬਿਲਟੀ ਕਿੱਥੇ ਆਣੀ ਚਾਹੀਦੀ ਹੈ। ਫਿਰ ਉਹਨਾਂ ਨੇ ਕਿਹਾ ਕਿ ਵੀ ਜਦੋਂ ਬਾਈਡਨ ਮਿਲਦੇ ਨੇ ਅਸ਼ਰਫ ਗਨੀ ਨੂੰ, ਉਹ ਕਹਿੰਦੇ ਨੇ ਜੀ ਇਹ ਤਾਂ ਲੜੇਗਾ, ਔਰ ਵਿਦਿਨ ਫਿਊ ਡੇਜ਼ ਉਹ ਕਰਪਟ ਅਫੀਸ਼ੀਅਲਸ ਨੂੰ ਲੈ ਕੇ ਦੌੜ ਜਾਂਦਾ, ਅਕਾਊਂਟੇਬਿਲਟੀ ਤਾਂ ਤੁਹਾਡੀ ਹੈ। ਫਿਰ ਉਹਨਾਂ ਨੇ ਕਿਹਾ ਕਿ ਵੀ ਵਾਈ ਵਾਜ਼ ਇੰਡੀਆ ਅਲਾਉਡ ਟੂ ਓਪਨ ਡਜ਼ਨਸ ਆਫ ਕੌਂਸੂਲੇਟਸ ਇਨ ਅਫਗਾਨਿਸਤਾਨ, surely they were not for trade or tourism, they were used to launch terrorist attacks on Pakistan। Billions of Pakistani rupee cash in boxes were found in Indian safe houses in Kabul। ਕਿ ਵੀ ਇਹ ਉਹ ਤੁਹਾਡੀਆਂ ਨਜ਼ਰਾਂ ਥੱਲੇ ਹੋ ਰਿਹਾ ਸੀ, ਤੁਹਾਨੂੰ ਨਹੀਂ ਸੀ ਨਜ਼ਰ ਆ ਰਿਹਾ ਕਿ ਵੀ ਇੰਡੀਆ ਕੀ ਕਰਵਾ ਰਿਹਾ ਹੈ। ਫਿਰ ਉਹਨਾਂ ਨੇ ਕਿਹਾ ਵੀ ਜਿਹੜੀ ਤਹਿਰੀਕੇ ਤਾਲਿਬਾਨ ਪਾਕਿਸਤਾਨ ਹੈ, ਉਹ ਅਫਗਾਨਿਸਤਾਨ ਇੰਟੈਲੀਜੈਂਸ NDS ਨਾਲ ਰਲ ਕੇ ਕੀ ਕਰ ਰਹੀ ਸੀ ਪਾਕਿਸਤਾਨ 'ਚ। was the CIA and NDS ignorant or complicit in allowing Indian state sponsored terrorism using Afghan territory। और अखीर च उन्होंने किया कि भी why were diplomatic negotiations not conducted earlier, peace could have been be achieved 10-15 years earlier instead of death and destruction unleashed on Afghan people for 20 years। American presidents shouldn't be they held accountable। so ਜ਼ਾਹਰ ਹੈ ਕਿ ਮੈਨੂੰ ਇਹ ਲੱਗਦਾ ਹੈ ਇਹ ਅਨਫੋਰਚੂਨੇਟ ਡਿਵੈਲਪਮੈਂਟ ਹੈ, ਫਿਕਰਮੰਦੀ ਵਾਲੀ ਵੀ ਹੈ ਕਿ ਵੀ ਇਹ ਆਉਣ ਵਾਲਾ ਜਿਹੜਾ ਪੀਰੀਅਡ ਹੈ ਉਸ ਦੇ ਵਿੱਚ ਇੱਕ ਤਾਂ ਇਹ ਬਲੀ ਦੇ ਬੱਕਰੇ ਲੱਭ ਰਹੇ ਨੇ, ਔਰ ਨਾਲ ਦੀ ਨਾਲ ਇੱਕ ਨਵੀਂ ਪਾਲਿਸੀ ਜਿਹਦੇ ਤੇ ਜੇ ਜਨਰਲ ਆ ਕੇ ਵਾਈਟ ਹਾਊਸ ਦੇ ਖਿਲਾਫ, ਜਾਂ ਬਾਈਡਨ ਤਾਂ ਪਹਿਲਾਂ ਹੀ ਕਹਿ ਕੇ ਹਟਿਆ ਕਿ ਵੀ ਅਸੀਂ ਬਿਲਕੁਲ ਠੀਕ, ਉਹਨਾਂ ਨੇ ਕਿਹਾ ਜੀ ਨਹੀਂ ਅਸੀਂ ਸਲਾਹ ਦਿੱਤੀ ਸੀ। ਬਾਈਡਨ ਨੂੰ ਪਹਿਲਾਂ ਪੁੱਛਿਆ ਇੱਕ ਇੰਟਰਵਿਊ 'ਚ, ਉਹਨੇ ਕਿਹਾ ਮੈਨੂੰ ਯਾਦ ਨਹੀਂ ਹੈ ਕਿ ਸਲਾਹ ਦਿੱਤੀ ਸੀ, ਅਸੀਂ ਜੋ ਕੀਤਾ ਅਮਰੀਕਨਾਂ ਦੇ ਹਿੱਤ 'ਚ ਕੀਤਾ। ਹੁਣ ਇਹ ਜਿਹੜੀ ਟਸਲ ਹੈ, ਮੈਨੂੰ ਇਹ ਲੱਗਦਾ ਹੈ ਵੀ ਜਿਹੜੀ ਡੀਪ ਸਟੇਟ ਦੀ ਫਰਸਟ੍ਰੇਸ਼ਨ ਹੈ ਆਪਣੀ, ਕਿ ਵੀ ਬਾਈਡਨ ਨੇ ਜੋ ਅੱਗੋਂ ਉਹਨਾਂ ਦਾ ਜਿਹੜਾ ਖਾਬਾ ਬਣਦਾ ਸੀ, ਪ੍ਰਾਈਵੇਟ ਕੰਪਨੀਆਂ ਬਿਲੀਅਨਸ ਆਫ ਡਾਲਰਸ ਇਨਵੋਲਵ ਨੇ। ਸੋ ਇਸ ਸਾਰੇ 'ਚੋਂ ਇਹ ਨਾ ਹੋਏ ਕਿ ਅਫਗਾਨਿਸਤਾਨ ਫੇਜ਼ 2 ਦੇ ਥੱਲੇ ਕੋਈ ਨਾ ਕੋਈ ਇਹ ਨਵਾਂ ਚੰਦ ਚੜਾਉਣ। ਸੋ ਇਹ ਸਾਡੇ ਲਈ ਵੀ ਫਿਕਰਮੰਦ ਗੱਲ ਹੈ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।